देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ट्रैवल इंडस्ट्री बिल्कुल बंद हो गई। उस तो बाद ट्रैवल बंद हो गया तो होटल बंद हो गए, क्योंकि ना तो कोई आ रहा है शहर च, ना कोई जा रहा है। जब बिजनेस ही बंद है सारे पासे तो होटल इंडस्ट्री तो ऑटोमैटिकली बंद हो जाएगी। ਇੱਥੇ ਦੀ ਟੈਕਸ ਜਿਹੜੇ ਐਕਸਾਈਜ਼ ਵਗੈਰਾ ਸਾਰੀਆਂ ਦਿੰਦੇ ਆ ਤਾਂ ਉਹਦੇ ਨਾਲ ਅਸੀਂ ਬਿਲਕੁਲ ਅਨਕੰਪੀਟੀਟਿਵ ਹੋ ਗਏ ਆ। ਗਵਰਨਮੈਂਟ ਨੇ ਸਾਡਾ ਖਿਆਲ ਕਰਨਾ ਹੈ, ਜਿੱਦਾਂ ਅਸੀਂ ਟੈਕਸ ਭਰਦੇ ਆ ਤਾਂ ਅਸੀਂ ਗਵਰਨਮੈਂਟ ਦਾ ਖਿਆਲ ਕਰਦੇ ਆ। ਅਸੀਂ ਗਵਰਨਮੈਂਟ ਚਲਾਉਂਦੇ ਤਾਂ ਗਵਰਨਮੈਂਟ ਨੂੰ ਸਾਨੂੰ ਚਲਾਉਣ ਲਈ ਸਾਡੀ ਮਦਦ ਕਰਨੀ ਹੀ ਚਾਹੀਦੀ ਹੈ। ਹੁਣ ਹੋਰ ਜ਼ਿਆਦਾ ਲਾਸ ਹੈ ਕਿਉਂਕਿ ਅਸੀਂ ਖੋਲ੍ਹਿਆ ਤਾਂ ਹੋਟਲ ਪੂਰੀ ਤਰ੍ਹਾਂ ਖੁੱਲ੍ਹਿਆ ਨਹੀਂ। ਜੇ ਕਮਰੇ 5% ਜਾਂ 10% ਕਮਰੇ ਲੱਗਦੇ ਨੇ ਤਾਂ ਉਹਦੇ ਵਿੱਚ ਅਸੀਂ ਆਪਣੀਆਂ ਤਨਖਾਹਾਂ ਵੀ ਨਹੀਂ ਕੱਢ ਸਕਦੇ। ਤਾਂ ਬਿਜਲੀ ਵੀ ਸਾਨੂੰ ਪੂਰੀ, ਚਾਹੇ 5 ਕਮਰੇ ਲੱਗਣ, ਚਾਹੇ 50 ਕਮਰੇ ਲੱਗਣ ਜਾਂ 500 ਕਮਰਾ ਲੱਗਾ, ਸਾਨੂੰ ਏਅਰ ਕੰਡੀਸ਼ਨਿੰਗ, ਬੱਤੀ, ਸਾਰਾ ਕੁਝ ਪੂਰਾ ਹੀ ਚਲਾਉਣਾ ਪਏਗਾ। ਤਾਂ ਸਿਚੁਏਸ਼ਨ ਹੁਣ ਹੋਟਲ ਇੰਡਸਟਰੀ ਦੀ ਮੇਰੇ ਹਿਸਾਬ ਦੇ ਨਾਲ ਲੋਕਡਾਊਨ ਤੋਂ ਬਾਅਦ, ਜਦ ਖੁੱਲ੍ਹਣ ਤੋਂ ਬਾਅਦ ਜਿਹੜਾ ਦੁਬਾਰਾ ਹੁਣ ਕਰਫਿਊ ਲਾਇਆ ਉਹਦੇ ਨਾਲ ਹੋਰ ਜ਼ਿਆਦਾ ਖਰਾਬ ਹੋਈ ਹੈ। ਦੁਨੀਆ ਭਰ ਦੇ ਵਿੱਚ ਕਰੋਨਾ ਦੇ ਨਵੇਂ ਵੇਰੀਐਂਟ ਨੇ ਇੱਕ ਵਾਰ ਫਿਰ ਦਹਿਸ਼ਤ ਫੈਲਾ ਦਿੱਤੀ ਹੈ ਤੇ ਲੋਕ ਮੁੜ ਤੋਂ ਉਸ ਲੋਕਡਾਊਨ ਨੂੰ ਯਾਦ ਕਰ ਰਹੇ ਨੇ ਜਿਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਲੋਕਾਂ ਦੇ ਕੰਮਕਾਜ ਬੰਦ ਹੋ ਗਏ, ਵੱਡਾ ਨੁਕਸਾਨ ਤਕਰੀਬਨ ਹਰ ਇੰਡਸਟਰੀ ਨੂੰ ਝੱਲਣਾ ਪਿਆ। ਇਹਨਾਂ ਦੇ ਵਿੱਚੋਂ ਹੀ ਇੱਕ ਹੋਟਲ ਇੰਡਸਟਰੀ ਹੈ ਜਿਸ ਨੂੰ ਲੋਕਡਾਊਨ ਦੇ ਦੌਰਾਨ ਵੱਡੇ ਘਾਟੇ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਹੋਟਲ ਬਿਲਕੁਲ ਬੰਦ ਹੋ ਗਏ ਸਨ। ਕੁਝ ਨੂੰ ਕੁਆਰੰਟਾਈਨ ਸੈਂਟਰ ਦੇ ਵਜੋਂ ਯੂਜ਼ ਜ਼ਰੂਰ ਕੀਤਾ ਗਿਆ, ਲੇਕਿਨ ਜੋ ਆਮਦਨੀ ਸੀ ਹੋਟਲ ਇੰਡਸਟਰੀ ਦੀ ਉਹ ਬੇਹੱਦ ਥੱਲੇ ਆ ਗਈ ਤੇ ਹੋਟਲ ਮਾਲਕਾਂ ਨੂੰ ਬੇਹੱਦ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਉਭਾਰਨ ਦੇ ਵਾਸਤੇ ਹੁਣ ਜੋ ਹੋਟਲ ਐਸੋਸੀਏਸ਼ਨ ਆਫ ਇੰਡੀਆ ਉਹਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਨਵਾਂ ਚੈਪਟਰ ਲਾਂਚ ਕੀਤਾ ਗਿਆ ਹੈ ਤੇ ਪੰਜਾਬ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ ਜਲੰਧਰ ਦੇ ਗੌਤਮ ਕਪੂਰ ਹੁਣਾਂ ਨੂੰ, ਜੋ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਸਰ ਬਹੁਤ ਬਹੁਤ ਵੈਲਕਮ ਤੁਹਾਡਾ ਦੈਨਿਕ ਸਵੇਰਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਰ, ਜੋ ਹੋਟਲ ਇੰਡਸਟਰੀ ਨੇ ਜੋ ਲਾਸ ਝੇਲਿਆ ਆ ਉਹਨੂੰ ਉਭਾਰਨ ਦੇ ਵਾਸਤੇ ਹੁਣ ਹੋਟਲ ਐਸੋਸੀਏਸ਼ਨ ਕੀ ਸਟੈਪ ਚੁੱਕ ਰਹੀ ਹੈ? ਦੇਖੋ, ਇਸ ਤਰ੍ਹਾਂ ਹੈ ਕਿ ਇਸ ਵੇਲੇ ਤੁਹਾਨੂੰ ਸਾਰਿਆਂ ਨੂੰ ਪਤਾ, ਜਿੱਦਾਂ ਹੁਣੇ ਤੁਸੀਂ ਕਿਹਾ ਹੈ ਕਿ ਸਭ ਤੋਂ ਜ਼ਿਆਦਾ ਧੱਕਾ ਕਰੋਨਾ ਵਾਇਰਸ ਦਾ ट्रैवल इंडस्ट्री ਨੂੰ ਤਾਂ ਹੋਟਲ ਇੰਡਸਟਰੀ ਨੂੰ ਪਿਆ। ट्रैवल इंडस्ट्री बिल्कुल बंद हो गई। उस तो बाद ट्रैवल बंद हो गया तो होटल बंद हो गए, क्योंकि ना तो कोई आ रहा है शहर च, ना कोई जा रहा है। स्पैशली ਜਿਹੜੇ ਹੋਟਲ ਟੂਰਿਜ਼ਮ ਦੇ ਹੋਟਲ ਵੀ ਬੰਦ ਨੇ ਤੇ ਜਿਹੜੇ ਬਿਜ਼ਨਸ ਸਿਟੀ ਦੇ ਹੋਟਲ ਨੇ, ਜਿੱਦਾਂ ਜਲੰਧਰ ਦਾ ਸਾਡਾ ਹੋਟਲ ਇਹ ਕਨੈਕਟਡ ਵਿਦ ਬਿਜ਼ਨਸ ਟਰੈਵਲ ਹੈਗਾ। ਜਦ ਬਿਜ਼ਨਸ ਹੀ ਬੰਦ ਹੈ ਸਾਰੇ ਪਾਸੇ ਤਾਂ ਹੋਟਲ ਇੰਡਸਟਰੀ ਤਾਂ ਆਟੋਮੈਟਿਕਲੀ ਬੰਦ ਹੋ ਜਾਏਗੀ। ਸੋ ਅਸੀਂ ਇਹ ਦੇਖੋ, ਜੋ ਨਵਾਂ ਦੌਰ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਅੰਡਰ ਕੰਸਟਰਕਸ਼ਨ ਹੋਟਲ ਸੀਗੇ ਹਾਲੇ ਤੱਕ, ਜਿੰਨੇ ਵੀ ਅੰਡਰ ਕੰਸਟਰਕਸ਼ਨ ਹੋਟਲ ਤਾਂ ਸਾਰੇ ਹੀ ਬੰਦ ਹੋ ਗਏ ਨੇ। ਉਹਨਾਂ ਦੀ ਕੰਸਟਰਕਸ਼ਨ ਬੰਦ ਹੋ ਗਈ। ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਹੋਟਲਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ, ਉਹ ਹੋਟਲਸ ਨੂੰ ਡਿਫਰੈਂਟ ਚੀਜ਼ਾਂ ਦੇ ਵਿੱਚ ਕਨਵਰਟ ਕਰਨ ਨੂੰ ਤਿਆਰ ਹੋ ਗਏ ਨੇ। ਇੱਕ ਤਾਂ ਇਹ ਜਿਹੜੇ ਬਣ ਰਹੇ ਹੋਟਲ ਉਹਨਾਂ ਦੀ ਮੈਂ ਗੱਲ ਕਰ ਰਿਹਾ। ਇੱਕ ਜਿਹੜੇ ਐਗਜ਼ਿਸਟਿੰਗ ਹੋਟਲ ਨੇ ਮੇਰੇ ਹਿਸਾਬ ਦੇ ਨਾਲ ਉਹ ਵੀ ਬਹੁਤ ਬਹੁਤ ਮੁਸ਼ਕਿਲ ਦੌਰਾਨ 'ਚੋਂ ਇਸ ਵੇਲੇ ਗੁਜ਼ਰ ਰਹੇ ਨੇ। ਔਰ ਮੇਰੇ ਹਿਸਾਬ ਦੇ ਨਾਲ, ਜਿੱਦਾਂ ਮੈਂ ਐਕਸਪਰਟ ਖੁਦ ਤਾਂ ਨਹੀਂ ਹਾਂ, ਬਟ ਜਿਹੜੇ ਮੇਰੇ ਨਾਲ ਐਕਸਪਰਟਸ ਨੇ ਹੋਟਲ ਇੰਡਸਟਰੀ ਦੇ, ਉਹਨਾਂ ਦਾ ਕਹਿਣਾ ਇਹ ਹੈ ਕਿ 50% ਹੋਟਲ ਹਿੰਦੁਸਤਾਨ ਦੇ ਵਿੱਚ ਆਫਟਰ ਕੋਵਿਡ ਬੰਦ ਹੋ ਜਾਣਗੇ, ਕਿਉਂਕਿ ਉਹ ਸਰਵਾਈਵ ਹੀ ਨਹੀਂ ਕਰ ਸਕਦੇ। ਹੋਟਲ ਇੰਡਸਟਰੀ, ਜਿੱਦਾਂ ਤੁਹਾਨੂੰ ਪਤਾ ਹੋਣਾ ਹੈ, ਜਿੱਦਾਂ ਹੋਰ ਕੋਈ ਇੰਡਸਟਰੀ ਹੈ, ਹੋਟਲ ਇੰਡਸਟਰੀ ਵੀ ਬਹੁਤ ਜ਼ਿਆਦਾ ਬੰਦਿਆਂ ਨੂੰ ਇੰਪਲੋਏ ਕਰਦੀ ਹੈ। ਜੇ ਫਰਜ਼ ਕੀਤਾ ਇੱਕ ਮੇਰਾ ਸਿਰਫ 68 ਕਮਰੇ ਦਾ ਹੋਟਲ ਹੈ, ਜਲੰਧਰ ਸ਼ਹਿਰ ਦਾ ਹੋਟਲ ਹੈ, ਤਾਂ ਅਸੀਂ 200 ਤੋਂ ਉੱਤੇ ਬੰਦਾ ਇੰਪਲੋਏ ਕਰਦੇ ਹਾਂ। 200 ਬੰਦਾ ਇੰਪਲੋਏ ਕਰਨ ਦਾ ਮਤਲਬ ਇਹ ਹੈ ਕਿ 200 ਬੰਦਾ ਇੰਟੂ 4 ਬੰਦੇ, ਸੋ ਇਹਦਾ ਮਤਲਬ ਇਹ ਹੈ ਕਿ 800 ਬੰਦਾ ਇਹਦੇ ਨਾਲ ਅਫੈਕਟ ਹੋ ਰਿਹਾ ਹੈ। ਹੁਣ ਜੇ ਅਸੀਂ ਇਹ ਪਹਿਲਾਂ ਤੁਸੀਂ ਦੇਖ ਲਓ, ਇਹ ਮਾਰਚ ਤੋਂ ਲੈ ਕੇ ਹੁਣ ਅੱਜ ਦਸੰਬਰ ਆ ਗਿਆ ਹੈ, ਹੋਟਲ ਬੰਦ ਹੈ। ਅਸੀਂ ਥੋੜ੍ਹੀ ਦੇਰ ਹੋਟਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ,
ਜੋ ਕਿ ਸਰਕਾਰ ਦੀਆਂ ਜਿੱਦਾਂ ਸਾਨੂੰ ਹਦਾਇਤਾਂ ਆਈਆਂ ਸੀਗੀਆਂ ਅਸੀਂ ਖੋਲ੍ਹਿਆ, ਪਰ ਹੁਣ ਉਹਨਾਂ ਨੇ ਫੇਰ ਕਰਫਿਊ ਲਾਤਾ ਹੈ। ਸਰਕਾਰ ਆਪਣੇ ਵੱਲੋਂ ਬਿਲਕੁਲ ਠੀਕ ਕਰ ਰਹੀ ਹੈ, ਜੋ ਵੀ ਕਰ ਰਹੀ ਹੈ ਉਹ, ਕਿ ਉਹਨਾਂ ਨੇ ਕਰਫਿਊ ਲਾਤਾ ਹੈ ਤਾਂ ਕਿ ਇਹ ਜਿਹੜੀ ਕੋਵਿਡ ਹੈ ਉਹ ਅੱਗੇ ਫੈਲੇ ਨਾ। ਪਰ ਉਹਦਾ ਨੁਕਸਾਨ ਸਾਨੂੰ ਬਹੁਤ ਹੈ, ਕਿਉਂਕਿ 9-9:30 ਵਜੇ ਤੱਕ ਕਰਫਿਊ ਹੈਗਾ, ਤਾਂ ਜਿੰਨੇ ਸ਼ਾਮ ਨੂੰ ਹੋਟਲ ਦੇ ਵਿੱਚ ਕੁਝ ਖਾਣਾ ਖਾਣ ਆਉਣਾ ਹੈ ਜਾਂ ਬਾਰ ਦੇ ਵਿੱਚ ਆਉਣਾ ਹੈ, ਉਹੀ ਨਹੀਂ ਆ ਰਹੇ, ਕਿਉਂਕਿ 9:30 ਤੱਕ ਹੋਟਲ ਬੰਦ ਹੋ ਜਾਂਦਾ ਹੈ। ਤੇ ਇਹਦਾ ਮਤਲਬ 9 ਵਜੇ ਉਹ ਨਿਕਲੇਗਾ ਇੱਥੋਂ ਤਾਂ 9:30 ਆਪਣੇ ਘਰ ਪਹੁੰਚੇਗਾ। ਤੁਹਾਨੂੰ ਲੱਗਦਾ ਕਿ ਚੀਜ਼ਾਂ ਸੁਧਰ ਸਕਦੀਆਂ ਹੁਣ, ਲਾਈਕ ਅੱਗੇ ਜਾ ਕੇ ਕੁਝ ਰਾਇਤ ਹੋਰ ਮਿਲ ਸਕਦੀ ਹੈ, ਕਿਉਂਕਿ ਹਾਲੇ ਸਿਚੁਏਸ਼ਨ ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਅੱਗੇ ਕੀ ਹੋਣ ਵਾਲੀ ਹੈ। ਦੇਖੋ ਇਸ ਤਰ੍ਹਾਂ ਹੈ ਕਿ ਇਹ ਜਿਹੜੀ ਕਰੋਨਾ ਹੈ ਇਹ ਬਿਯੋਂਡ ਫਿਕਸ਼ਨ ਚੀਜ਼ ਆਈ ਹੈ, ਇੱਦਾਂ ਦੀ ਤਾਂ ਕਦੀ ਕਿਸੇ ਨੇ ਚੀਜ਼ ਸੋਚੀ ਨਹੀਂ ਸੀ। ਇਹਦੇ ਵਿੱਚ ਕੋਈ ਐਕਸਪਰਟ ਨਹੀਂ ਹੱਲੇ ਕਹਿ ਸਕਦਾ ਕਿ ਇਹ ਕਿਸ ਪਾਸੇ ਦਾ ਰੁਖ ਲਏਗੀ। ਤੁਸੀਂ ਹੁਣ ਰੀਸੈਂਟਲੀ ਦੇਖੋ UK ਦੇ ਵਿੱਚ ਉਹ ਕਹਿੰਦੇ ਹੈ ਕਿ ਉੱਥੇ ਕੋਈ ਹੋਰ ਸਟ੍ਰੇਨ ਆ ਗਿਆ। ਹਾਂਜੀ, ਹੁਣ ਪਤਾ ਨਹੀਂ ਸਾਨੂੰ ਕਿ ਉਹ ਜਿਹੜਾ ਸਟ੍ਰੇਨ ਹੈ, ਉਹ ਜਿਹੜੀ ਐਗਜ਼ਿਸਟਿੰਗ ਵੈਕਸੀਨ ਆਈ ਹੈ ਉਹਦੇ ਨਾਲ ਉਹ ਇਲਾਜ ਉਹਦਾ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ, ਓਨਲੀ ਟਾਈਮ ਵਿਲ ਟੈਲ। ਬਟ ਉਹਦੇ ਨਾਲ ਕੀ ਹੋ ਗਿਆ ਹੈ ਕਿ ਸਕੇਅਰ ਦੁਬਾਰਾ ਫੈਲ ਗਿਆ ਹੈ। ਸਾਰੀਆਂ ਸਰਕਾਰਾਂ ਇਨਕਲੂਡਿੰਗ ਪੰਜਾਬ ਸਰਕਾਰ ਐਕਸਟਰਾ ਕੇਅਰਫੁਲ ਹੋਣਾ ਚਾਹੁੰਦੇ ਹੈ ਤਾਂ ਕਿ ਪੰਜਾਬੀਆਂ ਨੂੰ ਇਹਦਾ ਨੁਕਸਾਨ ਨਾ ਹੋਵੇ। ਅਸੀਂ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਨਾਲ ਹਾਂ, ਜੋ ਕਰ ਰਹੇ ਹੈ ਉਹ ਐਕਸਪਰਟ ਓਪੀਨੀਅਨ ਹੈਗੀ ਹੈ। ਤਾਂ ਮੇਰੀ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਜੋ ਸਰਕਾਰ ਸਾਨੂੰ ਹਦਾਇਤਾਂ ਦਿੰਦੀ ਹੈ ਅਸੀਂ ਉਹਦੇ ਮੁਤਾਬਕ ਹੀ ਚੱਲੀਏ, ਬਿਕੋਜ਼ ਇਹ ਇਸ ਵੇਲੇ ਸਿਰਫ ਇੱਕ ਇੰਡੀਵਿਜੂਅਲ ਦਾ ਨਹੀਂ ਇੱਥੇ ਦੇਖਣਾ, ਅਸੀਂ ਆਪਣੀ ਸਾਰੀ ਸੁਸਾਇਟੀ ਦਾ ਦੇਖਣਾ, ਆਪਣੇ ਸ਼ਹਿਰ ਦਾ ਦੇਖਣਾ, ਆਪਣੇ ਸੂਬੇ ਦਾ ਦੇਖਣਾ, ਆਪਣੇ ਮੁਲਕ ਦਾ ਦੇਖਣਾ ਹੈਗਾ। ਸੋ ਅਸੀਂ ਹਦਾਇਤਾਂ ਨੂੰ ਸਾਨੂੰ ਉਹ ਫੋਲੋ ਕਰਨਾ ਹੀ ਪਏਗਾ। ਦੂਜੀ ਤਰਫੋਂ ਇਹ ਹੈ ਕਿ ਜਦੋਂ ਵੀ ਹੋਟਲ ਖੁੱਲ੍ਹਣ, ਮੈਂ ਜਿੱਦਾਂ ਤੁਸੀਂ ਹੁਣੇ ਕਿਹਾ ਹੋਟਲ ਐਸੋਸੀਏਸ਼ਨ ਆਫ ਇੰਡੀਆ ਨੇ ਮੈਨੂੰ ਇੱਥੇ ਪੰਜਾਬ ਦੀ ਕਮੇਟੀ ਦਾ ਮੈਂਬਰ ਪਾਇਆ ਹੈ, ਤਾਂ ਮੈਂ ਪਿੱਛੇ ਚੀਫ ਮਿਨਿਸਟਰ ਹਿਜ਼ ਹਾਈਨੈਸ ਮਹਾਰਾਜਾ ਪਟਿਆਲਾ ਨੂੰ ਮਿਲਿਆ ਸੀ ਉੱਥੇ ਜਾ ਕੇ। ਤਾਂ ਉਹਨਾਂ ਨੂੰ ਅਸੀਂ ਆਪਣੀਆਂ ਮੁਸ਼ਕਲਾਤਾਂ ਦੱਸੀਆਂ ਸੀਗੀਆਂ, ਤਾਂ ਉਹਨਾਂ ਨੇ ਸਾਡੀਆਂ ਮੁਸ਼ਕਲਾਤਾਂ ਸਮਝੀਆਂ ਔਰ ਆਪਣੇ ਅਫਸਰ ਸਾਹਿਬਾਨ ਨਾਲ ਬੁਲਾਏ। ਤਾਂ ਉਹ ਵੀ ਜਾਣਦੇ ਆ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਸੱਚ ਹੈ ਬਿਲਕੁਲ। ਹੁਣ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਕਿ ਸਾਨੂੰ ਪੰਜਾਬ ਸਰਕਾਰ ਤੋਂ ਚਾਹੀਦੀਆਂ, ਕਿਉਂਕਿ ਮੈਂ ਉਹਨਾਂ ਨਾਲ ਮੇਨ ਗੱਲ ਇਹ ਕੀਤੀ ਸੀਗੀ ਕਿ ਹਿੰਦੁਸਤਾਨ ਦੀ ਸਰਕਾਰ ਨੇ ਕਈ ਸਾਲ ਪਹਿਲੋਂ ਹੋਟਲ ਨੂੰ ਇੱਕ ਇੰਡਸਟਰੀ ਡਿਕਲੇਅਰ ਕੀਤਾ ਹੋਇਆ। ਇੰਡਸਟਰੀ ਡਿਕਲੇਅਰ ਕੀਤੇ ਕਈ ਸਾਲ ਹੋ ਗਏ ਨੇ, ਪਰ ਸਾਨੂੰ ਇੰਡਸਟਰੀ ਦੇ ਜਿਹੜੇ ਬੈਨੀਫਿਟ ਹੈ ਉਹ ਕੋਈ ਨਹੀਂ ਮਿਲ ਰਿਹਾ। ਉਹ ਜਿੱਦਾਂ ਕਿ ਇੱਕ ਬਿਜਲੀ ਦਾ ਹੀ ਹੈ, ਬਿਜਲੀ ਜਿਹੜੀ ਹੈਗੀ ਹੈ ਉਹ ਇੱਕ ਬੜਾ ਮੇਨ ਇਨਗਰੀਡੀਅੰਟ ਹੈ ਸਾਡਾ ਹੋਟਲ ਇੰਡਸਟਰੀ ਦੇ ਵਿੱਚ। ਬਿਕੋਜ਼ ਚਾਹੇ ਬੰਦੇ 4 ਹੋਣ, ਚਾਹੇ 10 ਹੋਣ, ਚਾਹੇ 100 ਹੋਣ, ਚਾਹੇ 500 ਹੋਣ, ਸਾਡੀ ਏਅਰ ਕੰਡੀਸ਼ਨਿੰਗ, ਸਾਡੀ ਲਾਈਟਿੰਗ, ਸਾਡਾ ਸਾਰਾ ਕੁਝ ਚੱਲਣਾ ਹੀ ਚੱਲਣਾ। ਬਿਜਲੀ ਦੀ ਖਪਤ ਓਨੀ ਹੀ ਰਹਿੰਦੀ, ਚਾਹੇ ਹੋਟਲ ਬੰਦ ਹੋਵੇ ਚਾਹੇ ਖੁੱਲਾ ਹੋਵੇ, ਉਹਨੂੰ ਮੇਨਟੇਨ ਤਾਂ ਕਰਕੇ ਰੱਖਣਾ ਹੀ ਪੈਣਾ। ਮੇਨਟੇਨ ਤਾਂ ਕਰਕੇ ਰੱਖਣਾ ਹੀ ਪੈਣਾ। ਸੋ ਬਿਜਲੀ ਦੀ ਜਿਹੜਾ ਸਾਨੂੰ ਰੇਟ ਲੱਗ ਰਿਹਾ ਹੈ ਪੰਜਾਬ ਸਰਕਾਰ ਤੋਂ, ਉਹ ਸਾਨੂੰ ਕਮਰਸ਼ੀਅਲ ਰੇਟ 'ਤੇ ਬਿਜਲੀ ਦੇ ਰਹੇ ਨੇ। ਤਾਂ ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਇਹੀ ਸੀਗੀ ਕਿ ਸਾਨੂੰ ਬਿਕੋਜ਼ ਹਿੰਦੁਸਤਾਨ ਸਰਕਾਰ ਨੇ ਇਹਨੂੰ ਇੰਡਸਟਰੀ ਡਿਕਲੇਅਰ ਕੀਤਾ ਹੈ ਕਿ ਸਾਨੂੰ ਇੰਡਸਟਰੀ ਦਾ ਹੀ ਰੇਟ ਲੱਗੇ, ਕਿਉਂਕਿ ਹੋਟਲ ਵੀ ਇੰਡਸਟਰੀ ਹੈ। ਇੱਥੇ ਬਹੁਤ ਸਾਰੇ ਲੋਕਾਂ ਨੂੰ ਇੰਪਲੋਇਮੈਂਟ ਦਿੰਦੇ ਹਾਂ ਅਸੀਂ, ਬੜਾ ਕੁਝ ਕਨੈਕਟਡ ਹੈ। ਸੋ ਉਹਨਾਂ ਨੇ ਇਹ ਗੱਲ ਸਾਡੀ ਬੜੇ ਪੋਜ਼ੀਟਿਵਲੀ ਸੁਣੀ। ਮੇਰੇ ਹਿਸਾਬ ਦੇ ਨਾਲ ਜੋ ਮੈਨੂੰ ਲੱਗਦਾ ਹੈ, ਜਿੱਦਾਂ ਦਾ ਮੈਨੂੰ ਉਹਨਾਂ ਦਾ ਮਹਾਰਾਜ ਸਾਹਿਬ ਦਾ ਐਟੀਟਿਊਡ ਲੱਗਾ ਕਿ ਇਹ ਸਾਨੂੰ ਸ਼ਾਇਦ ਇਹ ਕਰ ਦੇਣ। ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਕਿ ਇਹ ਜਿਹੜਾ ਸਾਨੂੰ ਹੈ ਕੋਈ ਇਹ ਇਨਸੈਂਟਿਵ ਨਹੀਂ ਹੈ, ਕੋਈ ਆਊਟ ਆਫ ਦ ਬੁੱਕ ਨਹੀਂ ਸਾਨੂੰ ਦੇ ਰਿਹਾ, ਇਹ ਸਾਡੀ ਇੱਕ ਰਿਕੁਆਇਰਮੈਂਟ ਵੀ ਹੈ। ਔਰ ਬਿਕੋਜ਼ ਅਸੀਂ ਇੰਡਸਟਰੀ ਹਾਂ ਤਾਂ ਸਾਨੂੰ ਇੰਡਸਟਰੀ ਦਾ ਰੇਟ ਲੱਗਣਾ ਵੀ ਚਾਹੀਦਾ, ਇਹਦੇ ਵਿੱਚ ਸਾਨੂੰ ਜ਼ਿਆਦਾ ਰੇਟ ਨਹੀਂ ਲੱਗਣਾ ਚਾਹੀਦਾ। ਕਿਉਂਕਿ ਜੇ ਅਸੀਂ ਇੰਡਸਟਰੀ ਨਾ ਹੁੰਦੇ, ਇੰਨੀ ਇੰਪਲੋਇਮੈਂਟ ਨਾ ਦਿੰਦੇ, ਤਾਂ ਸੈਂਟਰ ਸਰਕਾਰ ਇਹਨੂੰ ਇੰਡਸਟਰੀ ਡਿਕਲੇਅਰ ਹੀ ਨਾ ਕਰਦੀ। ਇਹਦੇ ਇਲਾਵਾ ਇਲੈਕਟ੍ਰਿਸਿਟੀ ਦੇ ਇਲਾਵਾ ਹੋਰ ਕੀ ਕੀ ਡਿਮਾਂਡਸ ਆ ਤੁਹਾਡੀਆਂ, ਜਿਹੜੀ ਸਪੋਰਟ ਸਾਨੂੰ ਸਟੇਟ ਗਵਰਨਮੈਂਟ ਤੋਂ ਚਾਹੀਦੀ ਆ? ਦੇਖੋ ਇਸ ਤਰ੍ਹਾਂ ਹੈ ਕਿ
ਜਿਹੜੀ ਸਾਡੀ ਹੋਟਲ ਇੰਡਸਟਰੀ ਹੈ, ਸਪੈਸ਼ਲੀ ਜਿਹੜੇ ਸਟਾਰ ਰੇਟਡ ਹੋਟਲ ਨੇ, 3 ਸਟਾਰ, 4 ਸਟਾਰ, 5 ਸਟਾਰ, ਡੀਲਕਸ 5 ਸਟਾਰ, ਇਹ ਆਰਗੇਨਾਈਜ਼ ਸੈਕਟਰ ਦੇ ਵਿੱਚ ਆਉਂਦਾ ਹੈ। ਇਹਦੇ ਵਿੱਚ ਜੋ ਵੀ ਅਸੀਂ ਸੇਲ ਕਰਦੇ ਹਾਂ, ਦਿਸ ਇਜ਼ ਟੋਟਲੀ ਪ੍ਰੋਪਰ, ਇਟਸ ਆਊਟ ਆਫ ਬਿਲਿੰਗ। ਸਾਡੇ 'ਤੇ ਜਿਹੜੀਆਂ ਐਕਸਾਈਜ਼ ਡਿਊਟੀ ਲੱਗੀ ਹੈ, ਸਪੈਸ਼ਲੀ ਜਿਹੜੀ ਐਲਕੋਹਲ 'ਤੇ ਐਕਸਾਈਜ਼ ਡਿਊਟੀ ਲੱਗੀ ਹੈ, ਉਹ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਸਾਡੀ ਐਕਸਾਈਜ਼ ਡਿਊਟੀ ਇਹਨੂੰ ਦੇਖ ਕੇ ਕਿ ਅਸੀਂ ਪੂਰਾ ਟੈਕਸ ਭਰਦੇ ਹਾਂ, ਅਸੀਂ ਆਪਣਾ GST ਵੀ ਭਰਦੇ ਹਾਂ, ਵੈਟ ਵੀ ਭਰਦੇ ਹਾਂ, ਜਿਹੜੇ ਡਿਫਰੈਂਟ ਐਲਕੋਹਲ ਦੇ ਉੱਤੇ ਟੈਕਸ ਹੈਗੇ ਉਹ ਵੀ ਭਰਦੇ ਹਾਂ, ਤਾਂ ਸਾਨੂੰ ਉਹਦੇ 'ਤੇ ਥੋੜ੍ਹੀ ਜਿਹੀ ਰਿਆਇਤ ਦਿੱਤੀ ਜਾਵੇ। ਕਿਉਂਕਿ ਇਸ ਵੇਲੇ ਸਿਚੁਏਸ਼ਨ ਇਹ ਹੈ ਕਿ ਅਗਰ ਸਾਨੂੰ ਇਹ ਰਿਆਇਤ ਨਹੀਂ ਮਿਲੇਗੀ ਤਾਂ ਸਾਡਾ ਕੰਮ ਅੱਗੇ ਹੀ ਬੰਦ ਹੈ, ਤਾਂ ਬਿਲਕੁਲ ਹੀ ਬੰਦ ਹੋ ਜਾਏਗਾ। ਅੱਗੇ ਸਾਨੂੰ ਜਿਹੜੀ ਐਲਕੋਹਲ ਹੈ, ਜਿਹੜੀ ਬਾਰ ਦੇ ਵਿੱਚ ਜਾਂ ਰੈਸਟੋਰੈਂਟ ਦੇ ਵਿੱਚ ਜਾਂ ਬੈਂਕੁਏਟ ਹਾਲ 'ਚ ਅਸੀਂ ਸਰਵ ਕਰਦੇ ਹਾਂ, ਉਹ ਸਾਨੂੰ ਸੈਂਟਰ ਸਰਕਾਰ ਨੇ ਅੱਗੇ ਸਾਨੂੰ ਕਿਹਾ ਸੀਗਾ ਕਿ ਅਸੀਂ ਇੰਟਰਨੈਸ਼ਨਲ ਰੇਟਸ 'ਤੇ ਮੰਗਾ ਸਕਦੇ ਹਾਂ ਵਿਦਆਊਟ ਕਸਟਮਸ ਡਿਊਟੀ। ਹੁਣ ਸੈਂਟਰ ਸਰਕਾਰ ਨੇ ਉਹ ਵੀ ਚੀਜ਼ ਬੰਦ ਕਰ ਦਿੱਤੀ ਹੈ। ਸੋ ਹੁਣ ਜਿਹੜੀ ਅਸੀਂ ਐਲਕੋਹਲ ਹੈ ਉਹਦੇ 'ਤੇ ਬਹੁਤ ਜ਼ਿਆਦਾ ਰੇਟ ਦੇ ਰਹੇ ਹਾਂ, ਤਾਂ ਉਹ ਅਸੀਂ ਕੰਪੈਟੀਟਿਵ ਵੀ ਹੈ ਨਹੀਂ ਗੇ। ਅਸੀਂ ਇੱਕ ਉੱਥੇ ਨੋਰਮਲ ਰੇਟ 'ਤੇ ਖਰੀਦ ਰਹੇ ਹਾਂ, ਕੋਈ ਸਾਨੂੰ ਰੇਟ ਘੱਟ ਨਹੀਂ ਲੱਗਦਾ। ਉਸ ਤੋਂ ਬਾਅਦ ਅਸੀਂ ਇੱਥੇ ਦੀ ਟੈਕਸ ਜਿਹੜੇ ਐਕਸਾਈਜ਼ ਵਗੈਰਾ ਸਾਰੀਆਂ ਦਿੰਦੇ ਹਾਂ, ਤਾਂ ਉਹਦੇ ਨਾਲ ਅਸੀਂ ਬਿਲਕੁਲ ਅਨਕੰਪੈਟੀਟਿਵ ਹੋ ਗਏ ਹਾਂ। ਕਿ ਜਿੱਦਾਂ ਹੁਣ ਕਈ ਅਨਆਰਗੇਨਾਈਜ਼ ਸੈਕਟਰ ਹੈ, ਅਨਆਰਗੇਨਾਈਜ਼ ਸੈਕਟਰ ਦੇ ਵਿੱਚ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ ਕਿ ਉਹ ਟੈਕਸ ਦਾ ਪਾਲਣ ਇੱਦਾਂ ਨਹੀਂ ਕਰਦੇ ਜਿੱਦਾਂ ਆਰਗੇਨਾਈਜ਼ ਸੈਕਟਰ। ਜਿੱਦਾਂ ਆਪਾਂ ਮੈਰਿਜ ਪੈਲੇਸਿਸ ਦੀ ਗੱਲ ਕਰ ਲਈ, ਉੱਥੇ ਵੀ ਲੀਕਰ ਦੀ ਕੰਜ਼ੰਪਸ਼ਨ ਕਾਫੀ ਜ਼ਿਆਦਾ ਹੁੰਦੀ ਆ, ਤਾਂ ਸ਼ਾਇਦ ਉਹਨਾਂ ਨੂੰ ਉਹਨੇ ਟੈਕਸਿਸ ਪੇ ਨਹੀਂ ਕਰਨੇ ਪੈਂਦੇ ਜਿੰਨੇ ਹੋਟਲਸ ਓਨਰਸ ਨੂੰ ਕਰਨੇ ਪੈਂਦੇ ਆ। ਦੇਖੋ, ਮੈਂ ਕਿਸੇ ਇੰਡਸਟਰੀ ਦੇ ਬਾਰੇ ਇੱਦਾਂ ਤਾਂ ਨਹੀਂ ਕਹਿ ਸਕਦਾ, ਮੈਂ ਤਾਂ ਸਿਰਫ ਇਹੀ ਕਹਿ ਸਕਦਾ ਕਿ ਜਿਹੜੀ ਹੋਟਲ ਇੰਡਸਟਰੀ ਹੈ, ਆਰਗੇਨਾਈਜ਼ ਸੈਕਟਰ ਹੈਗਾ, ਉਹ ਬਿਲਕੁਲ ਪੂਰੇ 100% ਟੈਕਸ ਭਰ ਕੇ ਚੀਜ਼ ਵੇਚਦਾ ਹੈ, ਚਾਹੇ ਉਹ ਖਾਣਾ ਹੋਵੇ, ਚਾਹੇ ਉਹ ਐਲਕੋਹਲ ਹੋਵੇ, ਚਾਹੇ ਉਹ ਕਮਰੇ ਹੋਣ। ਜਦੋਂ ਗਵਰਨਮੈਂਟ ਨੂੰ ਇਨਕਮ ਹੋ ਰਹੀ ਇਸ ਇੰਡਸਟਰੀ ਤੋਂ, ਤਾਂ ਉਨੀ ਸਪੋਰਟ ਗਵਰਨਮੈਂਟ ਦੀ ਵੀ ਚਾਹੀਦੀ ਆ। ਜੇ ਹੁਣ ਲਾਸ ਦੇ ਵਿੱਚ ਇੰਡਸਟਰੀ ਜਾ ਰਹੀ, ਉਹਨੂੰ ਦੁਬਾਰਾ ਉਸ ਲੈਵਲ 'ਤੇ ਲੈ ਕੇ ਆਉਣ ਲਈ। ਦੇਖੋ, ਮੈਂ ਬਿਲਕੁਲ ਐਗਜ਼ੈਕਟਲੀ ਤੁਸੀਂ ਮੈਂ ਜੋ ਕਹਿਣਾ ਸੀ ਤੁਸੀਂ ਆਪ ਹੀ ਕਹਿ ਦਿੱਤਾ ਹੈ ਕਿ ਸਾਨੂੰ ਗਵਰਨਮੈਂਟ ਦੀ ਸਪੋਰਟ ਬਿਲਕੁਲ ਚਾਹੀਦੀ ਹੈ। ਬਿਕੋਜ਼ ਗਵਰਨਮੈਂਟ ਕਿਹਦੀ ਹੈ? ਗਵਰਨਮੈਂਟ ਵੀ ਤਾਂ ਸਾਡੀ ਹੈ। ਤਾਂ ਗਵਰਨਮੈਂਟ ਨੇ ਸਾਡਾ ਖਿਆਲ ਕਰਨਾ ਹੈ। ਜਿੱਦਾਂ ਅਸੀਂ ਟੈਕਸ ਭਰਦੇ ਹਾਂ ਤਾਂ ਅਸੀਂ ਗਵਰਨਮੈਂਟ ਦਾ ਖਿਆਲ ਕਰਦੇ ਹਾਂ, ਅਸੀਂ ਗਵਰਨਮੈਂਟ ਚਲਾਉਂਦੇ ਤਾਂ ਗਵਰਨਮੈਂਟ ਨੂੰ ਸਾਨੂੰ ਚਲਾਉਣ ਲਈ ਸਾਡੀ ਮਦਦ ਕਰਨੀ ਹੀ ਚਾਹੀਦੀ ਹੈ। ਔਰ ਮੇਰੇ ਹਿਸਾਬ ਦੇ ਨਾਲ ਜੋ ਮੈਨੂੰ ਲੱਗਿਆ ਕਿ ਉਹ ਕਰਨਗੇ ਵੀ ਜ਼ਰੂਰ। CM ਸਾਹਿਬ ਦਾ ਰਿਸਪੌਂਸ ਕਿਹੋ ਜਿਹਾ ਸੀ ਉਸ ਮੀਟਿੰਗ ਦੇ ਵਿੱਚ? ਦੇਖੋ, ਇਸ ਤਰ੍ਹਾਂ ਹੈ ਕਿ CM ਸਾਹਿਬ ਨਾਲ ਮੈਂ ਦੇਖਿਆ ਹੈਗਾ ਕਿ ਉਹ ਬੜੇ ਪੋਜ਼ੀਟਿਵ ਨੇ। ਤਾਂ ਜਦੋਂ ਵੀ ਅਸੀਂ ਕੋਈ ਵੀ ਮੁਸ਼ਕਲ ਉਹਨਾਂ ਦੇ ਕੋਲ ਲੈ ਕੇ ਗਏ ਹਾਂ, ਉਹਨਾਂ ਨੇ ਹਮੇਸ਼ਾ ਹੀ ਸਾਡੀ ਮੁਸ਼ਕਲ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਮੈਨੂੰ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਇਸ ਵਾਰੀ ਵੀ ਇਹ ਮੱਦੇਨਜ਼ਰ ਰੱਖਦੇ ਹੋਏ ਕਿ ਇੰਡਸਟਰੀ ਕਿਸ ਡਿਫਿਕਲਟ ਹਾਲਾਤ 'ਚੋਂ ਲੰਘ ਰਹੀ ਹੈ, ਕਿ CM ਸਾਹਿਬ ਔਰ ਪੰਜਾਬ ਸਰਕਾਰ ਸਾਡੀ ਮਦਦ ਜ਼ਰੂਰ ਕਰਨਗੇ। ਇਹਦੇ ਇਲਾਵਾ ਹੋਰ ਕੀ ਚੀਜ਼ਾਂ ਜਿਹੜੀਆਂ ਇਸ ਇੰਡਸਟਰੀ ਨੂੰ ਦੁਬਾਰਾ ਲੀਹ 'ਤੇ ਲੈ ਕੇ ਆ ਸਕਦੀਆਂ, ਤੁਹਾਨੂੰ ਲੱਗਦਾ ਕਿ ਹੋਣੀਆਂ ਚਾਹੀਦੀਆਂ ਆ? ਦੇਖੋ, ਇਸ ਤਰ੍ਹਾਂ ਹੈ ਕਿ ਮੈਂ ਹੋਰ 2-3 ਗੱਲਾਂ CM ਸਾਹਿਬ ਦੇ ਨਾਲ ਕੀਤੀਆਂ ਸੀਗੀਆਂ। ਜਿੱਦਾਂ ਕਿ ਸਾਡਾ ਇਹਦੇ ਵਿੱਚ ਸੀਗਾ ਸੀਵਰੇਜ ਡਿਸਪੋਜ਼ਲ ਵਗੈਰਾ ਸੀਗਾ। ਹੁਣ ਸਾਨੂੰ ਜਿੰਨਾ ਅਸੀਂ ਪਾਣੀ ਆਪਣਾ ਟਿਊਬਵੈੱਲ ਤੋਂ ਕੱਢਦੇ ਹਾਂ, ਸਾਨੂੰ ਸੀਵਰੇਜ ਡਿਸਪੋਜ਼ਲ ਜਿੰਨਾ ਅਸੀਂ ਡਿਸਚਾਰਜ ਕਰਦੇ ਹਾਂ, ਸਾਨੂੰ ਉਨੇ ਹੀ ਚਾਰਜਸ ਲੱਗਦੇ ਆ। ਵੇਅਰ ਐਜ਼ ਕਿ ਇਹ ਬਾਕੀ ਸਟੇਟਾਂ ਦੇ ਵਿੱਚ, ਦਿੱਲੀ ਦੇ ਵਿੱਚ ਔਰ ਹੋਰ ਸਟੇਟਾਂ ਦੇ ਵਿੱਚ ਸਿਰਫ 30% ਕੀਤਾ ਜਾਂਦਾ ਹੈ। ਕਿਉਂਕਿ ਜਿੰਨਾ ਪਾਣੀ ਅਸੀਂ ਅੰਦਰ ਲੈਂਦੇ ਹਾਂ ਉਨਾ ਹੀ ਪਾਣੀ ਤਾਂ ਨਹੀਂ ਨਾ ਸੁੱਟਦੇ, ਸਾਰਾ ਸੀਵਰੇਜ ਤਾਂ ਨਹੀਂ ਨਾ ਚਲੇ ਜਾਂਦਾ। ਅਸੀਂ ਆਪਣੇ ਬਾਗ ਦੇ ਵਿੱਚ ਬਗੀਚੇ ਨੂੰ ਪਾਣੀ ਵੀ ਦਿੰਦੇ ਹਾਂ, ਕੁਕਿੰਗ ਵੀ ਕਰਦੇ ਹਾਂ ਪਾਣੀ ਦੇ ਨਾਲ, ਅਸੀਂ ਬਰਤਨ ਵੀ ਧੋਂਦੇ ਹਾਂ, ਪਾਣੀ ਪੀਂਦੇ ਵੀ ਹਾਂ। ਸੋ ਸਾਰਾ ਡਿਸਪੋਜ਼ਲ ਤਾਂ ਨਹੀਂ ਹੁੰਦਾ ਨਾ, ਸਾਰਾ ਸੀਵਰੇਜ 'ਚ ਨਹੀਂ ਜਾਂਦਾ। ਤਾਂ ਉਹਨੂੰ ਥੋੜ੍ਹਾ ਜਿਹਾ ਸਾਨੂੰ ਸਟ੍ਰੀਮਲਾਈਨ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਇਹ ਚਾਰਜਸ ਸਾਨੂੰ ਸਟ੍ਰੀਮਲਾਈਨ ਕੀਤੇ ਜਾਣ ਤਾਂ ਕਿ ਸਾਨੂੰ ਇਹ ਮੁਸ਼ਕਿਲਾਤ 'ਚੋਂ ਕੱਢਿਆ ਜਾਵੇ। ਅੱਛਾ, ਹੁਣ ਸਿਚੁਏਸ਼ਨ ਕਿਹੋ ਜਿਹੀ ਇੰਡਸਟਰੀ ਦੀ ਜਦੋਂ ਅਨਲੌਕ ਸ਼ੁਰੂ ਹੋ ਗਿਆ ਹੈ ਨਾ? ਹੁਣ ਸਿਰਫ ਇੱਕ ਨਾਈਟ ਕਰਫਿਊ ਹੈ ਪੰਜਾਬ ਦੇ ਵਿੱਚ, ਜਿਹੜਾ 9:30 ਤੋਂ ਸ਼ੁਰੂ ਹੁੰਦਾ ਆ। ਪਹਿਲਾਂ ਹੋਟਲ ਬਿਲਕੁਲ ਹੀ ਬੰਦ ਸੀ, ਫਿਰ ਲਿਮਿਟ ਟਾਈਮ ਲਈ ਈਵਨਿੰਗ ਤੱਕ ਖੁੱਲ੍ਹੇ ਗਏ 6 ਵਜੇ ਤੱਕ, ਹੁਣ 9:30 ਤੱਕ ਦੀ ਪਰਮਿਸ਼ਨ ਹੈਗੀ ਆ। ਅਤੇ ਹੁਣ ਸਿਚੁਏਸ਼ਨ ਕਿਹੋ ਜਿਹੀ ਆ? ਹੁਣ ਕਿੰਨਾ ਕੁ ਲੋਸ ਆ ਜਾਂ ਕੁਛ ਨੋ ਪ੍ਰੋਫਿਟ ਨੋ ਲੋਸ ਦੀ ਸਿਚੁਏਸ਼ਨ ਆ?
ਦੇਖੋ ਇਸ ਤਰ੍ਹਾਂ ਹੈ ਕਿ ਹੁਣ ਸਿਚੁਏਸ਼ਨ ਹੋਰ ਵੀ ਜ਼ਿਆਦਾ ਮੁਸ਼ਕਿਲ ਹੈ। ਜਦੋਂ ਹੋਟਲ ਬੰਦ ਸੀਗਾ, ਉਦੋਂ ਬੰਦ ਸੀ ਤਾਂ ਅਸੀਂ ਕਮ ਸੇ ਕਮ ਬਿਜਲੀ ਵੀ ਸਾਡੀ ਬੰਦ ਸੀਗੀ, ਤਾਂ EMPLOYE ਵੀ ਛੁੱਟੀਆਂ ਤੇ ਚਲੇ ਗਏ ਸੀ। ਹੁਣ ਹੋਰ ਜ਼ਿਆਦਾ ਲਾਸ ਹੈ ਕਿਉਂਕਿ ਅਸੀਂ ਖੋਲ੍ਹਿਆ ਤਾਂ ਹੋਟਲ ਪੂਰੀ ਤਰ੍ਹਾਂ ਖੁੱਲ੍ਹਿਆ ਨਹੀਂ। ਜੇ ਕਮਰੇ 5% ਜਾਂ 10% ਕਮਰੇ ਲੱਗਦੇ ਨੇ ਤਾਂ ਉਹਦੇ ਵਿੱਚ ਅਸੀਂ ਆਪਣੀਆਂ ਤਨਖਾਹਾਂ ਵੀ ਨਹੀਂ ਕੱਢ ਸਕਦੇ। ਤਾਂ ਬਿਜਲੀ ਵੀ ਸਾਨੂੰ ਪੂਰੀ, ਚਾਹੇ 5 ਕਮਰੇ ਲੱਗਣ, ਚਾਹੇ 50 ਕਮਰੇ ਲੱਗਣ ਜਾਂ 500 ਕਮਰਾ ਲੱਗਾ, ਸਾਨੂੰ ਏਅਰ ਕੰਡੀਸ਼ਨਿੰਗ, ਬੱਤੀ, ਸਾਰਾ ਕੁਝ ਪੂਰਾ ਹੀ ਚਲਾਉਣਾ ਪਏਗਾ। ਤਾਂ ਸਿਚੁਏਸ਼ਨ ਹੁਣ ਹੋਟਲ ਇੰਡਸਟਰੀ ਦੀ ਮੇਰੇ ਹਿਸਾਬ ਦੇ ਨਾਲ ਲੋਕਡਾਊਨ ਤੋਂ ਬਾਅਦ, ਜਦ ਖੁੱਲ੍ਹਣ ਤੋਂ ਬਾਅਦ ਜਿਹੜਾ ਦੁਬਾਰਾ ਹੁਣ ਕਰਫਿਊ ਲਾਇਆ ਉਹਦੇ ਨਾਲ ਹੋਰ ਜ਼ਿਆਦਾ ਖਰਾਬ ਹੋਈ ਹੈ। ਕੋਈ ਇਹ ਅਸੀਂ ਅਚੀਵ ਇਹਦੇ ਨਾਲ ਕੁਝ ਨਹੀਂ ਕੀਤਾ। ਹੁਣ ਜਿੱਦਾਂ ਮੈਂ ਇਹ ਵੀ ਕਹਿਣਾ ਚਾਹਾਂਗਾ, ਜਿੱਦਾਂ ਕਿ ਸਾਨੂੰ ਪੰਜਾਬ ਸਰਕਾਰ ਦੀ ਹਦਾਇਤ ਹੈ ਕਿ ਜੀ ਅਸੀਂ 100 ਬੰਦੇ ਤੋਂ ਜ਼ਿਆਦਾ ਪਾਰਟੀ ਨਹੀਂ ਕਰ ਸਕਦੇ, ਤਾਂ ਅਸੀਂ ਐਜ਼ ਅ ਆਰਗੇਨਾਈਜ਼ ਸੈਕਟਰ ਅਸੀਂ 100 ਬੰਦੇ ਤੋਂ ਪਾਰਟੀ 101 ਦੀ ਵੀ ਨਹੀਂ ਕਰਨੀ। ਵੀ ਟੋਟਲੀ ਗੋ ਬਾਏ ਦਾ ਰੂਲ। ਪਰ ਤੁਹਾਨੂੰ ਪਤਾ ਹੀ ਹੈ ਕਿ ਵਿਆਹ ਸ਼ਾਦੀਆਂ ਤੁਸੀਂ ਦੇਖੀਆਂ ਹੀ ਹੈ, ਜਲੰਧਰ ਦੇ ਵਿੱਚ ਕਈ ਜਗ੍ਹਾ ਹੋਈਆਂ, ਉੱਥੇ ਆ ਕਰੋਨਾ ਕਿਉਂ ਫੈਲਿਆ? ਕਰੋਨਾ ਜ਼ਿਆਦਾ ਇਸ ਲਈ ਫੈਲਿਆ ਕਿਉਂਕਿ ਕਈ ਲੋਕਾਂ ਨੇ, ਕਈ ਆਰਗੇਨਾਈਜੇਸ਼ਨਸ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਪੂਰੀ ਤਰ੍ਹਾਂ ਨਹੀਂ ਮੰਗੀਆਂ, ਤਾਂ ਕਿਉਂਕਿ ਨਹੀਂ ਉਹਨਾਂ ਨੇ ਮੰਨੀਆਂ ਤਾਂ ਫਿਰ ਉਹ ਨੁਕਸਾਨ ਤਾਂ ਉਹਨਾਂ ਦੇ ਹੋਣਾ ਹੀ ਹੈ। ਪਰ ਆਊਟ ਆਫ ਕੰਟਰੋਲ ਸਿਚੁਏਸ਼ਨ ਹੋ ਗਈ। ਪਰ ਅਸੀਂ ਇੱਦਾਂ ਦੀ ਕੋਈ ਗੱਲ ਨਾ ਤਾਂ ਕੀਤੀ ਹੈ, ਨਾ ਕਰਨ ਦਾ ਵਿਚਾਰ ਹੈ, ਔਰ ਨਾ ਹੀ ਫਿਊਚਰ ਦੇ ਵਿੱਚ ਕਰਾਂਗੇ। ਸਟੇਟ ਦੇ ਗਵਰਨਮੈਂਟ ਦੇ ਇਲਾਵਾ ਤੁਸੀਂ ਇੱਕ ਰਿਪਰੈਜ਼ੈਂਟ ਕਰ ਰਹੇ ਹੋ ਪੂਰੀ ਪੰਜਾਬ ਕਮੇਟੀ ਨੂੰ, ਹੋਟਲ ਐਸੋਸੀਏਸ਼ਨ ਦੀ, ਤੇ ਤੁਸੀਂ ਕੀ ਮੰਨਦੇ ਹੋ ਕੀ ਸਟੈਪਸ ਹੋਣੇ ਚਾਹੀਦੇ ਕਿ ਖੁਦ ਵੀ ਜਿਹੜੇ ਓਨਰਸ ਨੇ ਉਹ ਚੁੱਕਣ ਤਾਂ ਜੋ ਓਵਰਆਲ ਇੰਡਸਟਰੀ ਨੂੰ ਇੱਕ ਬੂਸਟ ਕੀਤਾ ਜਾ ਸਕੇ? ਦੇਖੋ ਇਸ ਤਰ੍ਹਾਂ ਹੈ ਕਿ ਜਿੱਦਾਂ ਮੈਂ ਕਿਹਾ ਕਿ ਇਹ ਹੁਣ ਅਸੀਂ ਇਹ ਐਰਾ ਜਿਹੜਾ ਹੈ, ਇਹ ਕੋਈ ਇਨਸੈਂਟਿਵ ਮੰਗਣ ਦਾ ਐਰਾ ਨਹੀਂ ਰਹਿ ਗਿਆ ਹੁਣ। ਕਿਉਂਕਿ ਦੇਖੋ ਪੰਜਾਬ ਸਰਕਾਰ ਦੀਆਂ ਵੀ ਲਿਮਿਟੇਸ਼ਨਸ ਨੇ, ਉਹਨਾਂ ਦੀਆਂ ਵੀ ਫਾਈਨੈਂਸ਼ੀਅਲ ਲਿਮਿਟੇਸ਼ਨਸ ਨੇ। ਸੋ ਅਸੀਂ ਉਹਨਾਂ ਕੋਲ ਕੋਈ ਇਨਸੈਂਟਿਵ ਨਹੀਂ, ਨਾ ਤਾਂ ਮੰਗਣਾ ਚਾਹ ਰਹੇ ਹਾਂ, ਨਾ ਮੰਗਾਂਗੇ, ਬਿਕੋਜ਼ ਸਾਨੂੰ ਵੀ ਉਹਨਾਂ ਦੀਆਂ ਲਿਮਿਟੇਸ਼ਨਸ। ਐਜ਼ ਅ ਇੰਡਸਟਰੀ ਜੋ ਰਾਈਟ ਆ ਉਹ ਮੰਗ ਰਹੇ ਆ। ਅਸੀਂ ਸਿਰਫ ਐਜ਼ ਇੰਡਸਟਰੀ ਜੋ ਰਾਈਟ ਹੈ ਸਾਡਾ, ਅਸੀਂ ਪੰਜਾਬ ਸਰਕਾਰ ਤੋਂ ਉਹੀ ਮੰਗ ਰਹੇ ਹਾਂ ਕਿ ਸਾਨੂੰ ਆਪਣਾ ਰਾਈਟ ਦਿੱਤਾ ਜਾਵੇ। ਔਰ ਇਹ ਰਾਈਟ ਵੀ ਦੇਣਾ ਬਹੁਤ ਵੱਡੀ ਮਦਦ ਹੋਏਗੀ ਇਹ ਇੰਡਸਟਰੀ ਨੂੰ ਦੁਬਾਰਾ ਖੜੇ ਹੋਣ ਦੇ ਵਾਸਤੇ। ਜੋ ਲੋਕ ਆ ਜਿਹੜੇ ਹੋਟਲ ਵਿੱਚ ਆਉਂਦੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਕਿ ਕਿਵੇਂ ਤੁਹਾਨੂੰ ਸਪੋਰਟ ਕਰ ਸਕਣ? ਮੈਂ ਦੇਖੋ ਇਸ ਤਰ੍ਹਾਂ ਹੈ ਕਿ ਸਪੋਰਟ ਤਾਂ ਅਸੀਂ ਇਹੀ ਕਵਾਂਗੇ ਕਿ ਆਓ ਜ਼ਿਆਦਾ। ਇੱਥੇ ਤੁਸੀਂ ਦੇਖਿਆ ਹੋਣਾ, ਤੁਸੀਂ ਹੁਣੀ ਥੱਲਿਓਂ ਉੱਤੇ ਆਏ ਆ, ਅਸੀਂ ਜਿਹੜੀ ਵੀ ਪ੍ਰੋਟੋਕੋਲ ਹੈ ਹੋਟਲ ਇੰਡਸਟਰੀ ਦੀ, ਸਾਨੂੰ ਜਿਹੜੀਆਂ ਇੰਸਟਰਕਸ਼ਨਸ ਆਈਆਂ ਕਿ ਅਸੀਂ ਕਿੱਦਾਂ ਕੇਅਰਫੁਲ ਹੋਣਾ ਹੈ ਕੋਵਿਡ ਦੇ ਵਿੱਚ। ਹਾਲੇ ਵੀ ਲੋਕਾਂ ਦੇ ਮਨ 'ਚ ਨਾ ਇੱਕ ਡਰ ਹੈਗਾ ਕਿ ਬਾਹਰ ਨਹੀਂ ਜਾਣਾ, ਬਾਹਰ ਜਾ ਕੇ ਨਹੀਂ ਖਾਣਾ। ਪਾਰਟੀ ਵਿੱਚ ਕੁਝ ਲੋਕ ਜੋ ਜ਼ਿਆਦਾ ਇਤਿਹਾਤ ਵਰਤਦੇ ਉਹਨਾਂ 'ਚ ਹੈ ਕਿ ਨਹੀਂ ਹਲੇ ਪਾਰਟੀ 'ਚ ਨਹੀਂ ਜਾਣਾ, ਹਲੇ ਸੇਫ ਨਹੀਂ ਹੋਏਗਾ। ਹਾਲੇ ਵੀ ਲੋਕਾਂ ਦੇ ਮਨ ਦੇ ਵਿੱਚ ਇੱਕ ਦਹਿਸ਼ਤ ਹੈਗੀ ਕਈਆਂ ਦੇ। ਦੁਬਾਰਾ ਜਦੋਂ UK ਦੀ ਹੁਣ ਸੁਣਿਆ ਕਿ ਦੁਬਾਰਾ ਲੋਕਡਾਊਨ ਲੱਗ ਗਿਆ ਉੱਥੇ, ਤਾਂ ਉਹਦੇ ਚੱਲਦੇ ਲੋਕਾਂ ਦੇ ਵਿੱਚ ਹੈ ਕਿ ਪਤਾ ਨਹੀਂ ਕੀ ਹੋ ਜਾਏਗਾ, ਪਤਾ ਨਹੀਂ ਉੱਥੇ ਪ੍ਰੋਪਰ ਪ੍ਰੋਟੋਕੋਲ ਫੋਲੋ ਹੋ ਰਿਹਾ ਕਿ ਨਹੀਂ ਹੋ ਰਿਹਾ, ਪ੍ਰੀਕਾਸ਼ਨਸ ਲਏ ਜਾ ਰਹੇ ਕਿ ਨਹੀਂ ਲੈ ਕੇ ਜਾ ਰਹੇ। ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬਿਕੋਜ਼ ਅਸੀਂ ਆਰਗੇਨਾਈਜ਼ ਸੈਕਟਰ ਹੈਗੇ ਹਾਂ, ਅਸੀਂ ਪ੍ਰੋਟੋਕੋਲ ਜੋ ਵੈਸਟ ਦੇ ਵਿੱਚ, ਜੋ ਯੂਰਪ ਦੇ ਵਿੱਚ, ਜੋ ਅਮਰੀਕਾ ਦੇ ਵਿੱਚ ਪ੍ਰੋਟੋਕੋਲ ਹੈ, ਬਿਕੋਜ਼ ਅਸੀਂ ਅਮਰੀਕਨ ਕੰਪਨੀ ਆ, ਅਸੀਂ ਉਹੀ ਪ੍ਰੋਟੋਕੋਲ ਫੋਲੋ ਕਰ ਰਹੇ ਹਾਂ। ਅਸੀਂ ਬਿਲਕੁਲ ਵੀ ਉਹ ਪ੍ਰੋਟੋਕੋਲ ਤੋਂ ਅਲੱਗ ਨਹੀਂ ਜਾ ਰਹੇ। ਜੇ ਉਹ ਸੈਨੀਟਾਈਜੇਸ਼ਨ ਹੈ, ਹਰ ਇੱਕ ਏਰੀਏ ਦੀ ਸੈਨੀਟਾਈਜੇਸ਼ਨ ਹੈ। ਜਿਹੜੇ ਸਾਡੇ EMPLOYEES ਵੀ ਨੇ, ਤੁਸੀਂ ਥੱਲੇ ਦੇਖਿਆ ਹੋਣਾ ਕਿ ਹਰ ਇੱਕ EMPLOYEE ਨੇ ਗਲਵ ਪਾਇਆ ਹੋਇਆ, ਫਿਰ ਮਾਸਕ ਪਾਇਆ ਹੋਇਆ, ਮਾਸਕ ਦੇ ਉੱਤੇ ਸ਼ੀਲਡ ਵੀ ਪਾਈ ਹੋਈ ਹੈ, ਤਾਂ ਕਿ ਜਿੰਨਾ ਜ਼ਿਆਦਾ ਕੇਅਰਫੁਲ ਹੋ ਸਕਣ ਕਿ ਕਮ ਸੇ ਕਮ ਸਾਡੇ EMPLOYEES ਸਾਡੇ ਵੱਲੋਂ ਕੋਈ ਇੱਦਾਂ ਦੀ ਚੀਜ਼ ਨਾ ਹੋਵੇ ਜਿਹੜੀ ਕਿ ਆਊਟ ਆਫ ਲਾਈਨ ਹੈਗੀ ਹੈ। ਹੁਣ ਅਸੀਂ ਤਾਂ ਆਪਣੇ ਆਪ ਨੂੰ ਆਪਣੇ ਵੱਲੋਂ ਸਾਰਾ ਸੰਭਾਲ ਸਕਦੇ ਹਾਂ, ਪਰ ਜਿਹੜੇ ਬਾਹਰ ਬੰਦੇ ਆ ਮੈਨੂੰ ਉਹ ਵੀ ਮੈਂ ਸਾਰਿਆਂ ਨੂੰ ਰਿਕੁਐਸਟ ਇਹੀ ਕਰਾਂਗਾ ਕਿ ਜੋ ਗਵਰਨਮੈਂਟ ਦੀਆਂ ਪ੍ਰੋਟੋਕੋਲਸ ਨੇ ਉਹਨੂੰ ਪਲੀਜ਼ ਫੋਲੋ ਕਰੋ। ਅਸੀਂ ਪੰਜਾਬ ਨੂੰ ਬਚਾਉਣਾ ਹੈ, ਆਪਣੇ ਮੁਲਕ ਨੂੰ ਬਚਾਉਣਾ ਹੈ, ਪੰਜਾਬੀਅਤ ਨੂੰ ਇਸ 'ਚ ਬਚਾਉਣਾ ਹੈ। ਵੀ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ ਡਿਊਰਿੰਗ ਦੀਜ਼ ਟਫ ਟਾਈਮਸ।
ਦੈਨਿਕ ਸਵੇਰਾ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ। ਸੋ ਹੋਟਲ ਇੰਡਸਟਰੀ ਨੂੰ ਦੁਬਾਰਾ ਬੂਸਟ ਕਰਨ ਲਈ, ਦੁਬਾਰਾ ਲੀਹ ਤੇ ਲੈ ਕੇ ਆਉਣ ਲਈ ਬਤੌਰ ਪੰਜਾਬ ਕਮੇਟੀ ਦੇ ਮੈਂਬਰ ਹੋਣ ਦੇ ਗੌਤਮ ਕਪੂਰ ਹੋਣਾ ਵੱਲੋਂ ਕੋਸ਼ਿਸ਼ਾਂ ਜਾਰੀ ਨੇ। ਸੀਐਮ ਕੈਪਟਨ ਦੇ ਨਾਲ ਹਾਲ ਹੀ ਦੇ ਵਿੱਚ ਮੁਲਾਕਾਤ ਵੀ ਹੋਈ ਹੈ। ਕੁਝ ਸਪੋਰਟਸ ਉਹਨਾਂ ਨੇ ਮੰਗੀਆਂ ਨੇ ਇੰਡਸਟਰੀ ਨੂੰ ਬੂਸਟ ਕਰਨ ਲਈ। ਉਮੀਦ ਹੈ ਕਿ ਇਹਨਾਂ ਨੂੰ ਮਿਲਣਗੀਆਂ ਤੇ ਦੁਬਾਰਾ ਤੋਂ ਜੋ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਵਧਾਵਾ ਦੇਣ ਵਾਲੀ ਇੱਕ ਇੰਡਸਟਰੀ ਹੈ ਹੋਟਲ ਇੰਡਸਟਰੀ, ਉਹ ਦੁਬਾਰਾ ਆਪਣੀ ਲੀਹ ਦੇ ਉੱਤੇ ਆ ਸਕੇਗੀ। ਕੈਮਰਾਮੈਨ ਰਵੀ ਅਤੇ ਪ੍ਰਭਜੋਤ ਦੇ ਨਾਲ ਹਰਮਨ ਹੇਰ, ਦੈਨਿਕ ਸਵੇਰਾ ਟੀਵੀ, ਜਲੰਧਰ।